Hey everyone, welcome ਜਾਂ ਫਿਰ welcome back to Prableen Cause World ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹਾਂਗੀ ਕਿ ਲੈਕਚਰ ਦੇ ਨੋਟਸ ਮਤਲਬ ਇਸ ਵੀਡੀਓ ਦੇ ਦੌਰਾਨ ਮੈਂ ਜੋ ਕੁਝ ਵੀ ਤੁਹਾਨੂੰ ਸਕਰੀਨ ਤੇ ਸ਼ੋ ਕਰੂੰਗੀ ਜੋ ਕੁਝ ਜਿਹੜਾ ਸੋਰਸਸ ਤੋਂ ਵੀ ਪੜਾਉਂਗੀ ਉਹਨਾਂ ਸਾਰਿਆਂ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਫॉर श्योर ਮਿਲੇਗਾ ਤੇ ਟੈਲੀਗ੍ਰਾਮ ਚੈਨਲ ਤੇ ਵੀ ਤੁਹਾਨੂੰ ਅਵੇਲੇਬਲ ਹੋ ਜਾਏਗਾ ਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਸਪੋਰਟ ਕਰੋਗੇ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਵਿਦ ਅ ਵੈਰੀ ਪੋਜ਼ਿਟਿਵ ਨੋਟ ਐਂਡ till 12th of June ਆਪਣੀ ਇਹ ਸੀਰੀਜ਼ ਇਦਾਂ ਹੀ ਕੰਟੀਨਿਊ ਰਹੇਗੀ ਤਾਂ ਸ਼ੁਰੂ ਕਰਦੇ ਹਾਂ ਪਹਿਲਾ ਚੈਪਟਰ ਹੈ ਹਸਨ's attendance problem ਹਸਨ ਦੀ ਹਾਜ਼ਰੀ ਦੀ ਸਮੱਸਿਆ The story Hassan's attendance problem describes the consequences of not taking things seriously and not working for the sake of knowledge. ਕਹਿੰਦੇ ਜਿਹੜਾ ਚੈਪਟਰ ਹੈ ਆਪਾਂ ਨੂੰ ਕੀ ਸਿੱਖਿਆ ਦਿੰਦਾ ਹੈ ਇਹ ਆਪਾਂ ਨੂੰ ਉਹਨਾਂ ਨਤੀਜਿਆਂ ਬਾਰੇ ਦੱਸਦਾ ਹੈ ਉਹ ਨਤੀਜੇ ਦਰਸਾਉਂਦਾ ਹੈ ਜਿਹੜੇ ਕਿ ਹੋ ਸਕਦੇ ਨੇ ਜਿਹੜੇ ਕਿ ਪੋਸੀਬਲ ਨੇ ਜੇ ਆਪਾਂ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਤੇ ਸਿਰਫ ਨੰਬਰਾਂ ਦੇ ਲਈ ਅੰਕਾਂ ਦੇ ਲਈ ਪੜ੍ਹਦੇ ਆ ਤੇ ਨੌਲੇਜ ਦੇ ਲਈ ਯਾਨੀ ਕਿ ਗਿਆਨ ਦੇ ਲਈ ਨਹੀਂ ਪੜ੍ਹਦੇ ਓਨਲੀ ਵਰਕਿੰਗ ਫॉर ਮਾਰਕਸ ਡਸ ਨਾਟ ਹੈਲਪ ਐਨੀਵਨ ਕਹਿੰਦੇ ਜੇ ਤੁਸੀਂ ਸਿਰਫ ਨੰਬਰਾਂ ਪਿੱਛੇ ਭੱਜ ਰਹੇ ਹੋ ਤਾਂ ਉਹਦੇ ਨਾਲ ਤੁਹਾਡੀ ਕੋਈ ਵੀ ਸਹਾਇਤਾ ਨਹੀਂ ਹੋਏਗੀ ਬੈਡ ਹੈਬਿਟਸ ਮੇਕ bunking from class irregular attendance to sleep and to wake late make one good for nothing then the proverb prove itself true that old habits die hard ਕਹਿੰਦੇ ਜਿਵੇਂ ਮਾੜੀਆਂ ਆਦਤਾਂ ਪੈ ਜਾਂਦੀਆਂ ਨੇ ਆਪਾਂ ਨੂੰ ਇਸ ਉਮਰ ਦੇ ਵਿੱਚ ਕਿ ਲੇਟ ਉੱਠਣਾ ਲੇਟ ਸੌਣਾ म्यूजिक ਨੂੰ ਜ਼ਿਆਦਾ ਹੀ ਸੁਣਨਾ ਸਾਡਾ ਚੈਟਿੰਗ ਕਰਦੇ ਰਹਿਣਾ ਜਾਂ ਫਿਰ ਇਰੈਗੂਲਰ ਅਟੈਂਡੈਂਸ ਸਕੂਲ ਨੂੰ ਰੈਗੂਲਰ ਅਟੈਂਡ ਨਾ ਕਰਨਾ ਸਕੂਲ ਦੇ ਵਿੱਚ ਕਲਾਸਿਸ ਨੂੰ ਬੰਕ ਕਰਨਾ ਇਹ ਸਾਰੀਆਂ ਜਿਹੜੀਆਂ ਆਦਤਾਂ ਨੇ ਇਹ ਇੱਕ ਬਹੁਤ ਮਾੜੇ ਭਵਿੱਖ ਦਾ ਇਹ ਮਤਲਬ ਆਪਾਂ ਨੂੰ ਬਹੁਤ ਮਾੜੇ ਭਵਿੱਖ ਵੱਲ ਲੈ ਕੇ ਜਾ ਸਕਦੀਆਂ ਨੇ ਓਕੇ ਅੱਗੇ ਆ ਜਾਂਦੇ ਤਾਂ author tells that the story of a very bright student called Hassan ਕਹਿੰਦੇ author ਨੇ ਜਿਸ ਲੈਸਨ ਦੇ ਮਤਲਬ author ਕੌਣ ਹੈ ਸੁਧਾ ਮੂਰਤੀ ਜੋ ਇੱਕ ਆਪਣੇ ਸਟੂਡੈਂਟ ਦੇ ਬਾਰੇ ਦੱਸਦੇ ਨੇ ਜਿਹਦਾ ਨਾਂ ਕੀ ਸੀ ਹਸਨ ਸੀ who was her first batch student ਜਿਹੜਾ ਕਿ ਉਹਨਾਂ ਦੇ ਪਹਿਲੇ ਬੈਚ ਦਾ ਸਟੂਡੈਂਟ ਸੀ he was tall handsome with a very sharp memory ਕਹਿੰਦੇ ਉਹ ਲੰਮਾ ਸੀ ਤੇ ਬਹੁਤ ਸੋਹਣਾ ਵੀ ਸੀ ਸੋਹਣਾ ਸੁਨੱਖਾ ਸੀ ਤੇ ਉਹਦੀ ਬਹੁਤ ਜ਼ਿਆਦਾ ਤੇਜ਼ ਜਿਹੜੀ ਸੀ ਉਹ ਮੈਮਰੀ ਸੀਗੀ ਮਤਲਬ ਉਹਦੀ ਯਾਦਦਾਸ਼ਤ ਬਹੁਤ ਤੇਜ਼ ਸੀ he was studying for his masters in computer application ਕਹਿੰਦੇ ਉਹ masters in computer applications ਆਪਣਾ ਪੜ੍ਹ ਰਿਹਾ ਸੀ as the teacher was in the habit of taking first and second class ਕਹਿੰਦੇ ਜਿਵੇਂ ਕਿ ਸੁਧਾ ਮੂਰਤੀ ਜੀ ਦੇ ਇਹ ਆਦਤ ਹੁੰਦੀ ਸੀ ਕਿ ਉਹ ਪਹਿਲੀ ਤੇ ਦੂਜੀ ਕਲਾਸ ਲੈਂਦੇ ਸੀ Hassan's attendance in the class was very irregular ਕਹਿੰਦੇ ਹਸਨ ਦੀ ਅਟੈਂਡੈਂਸ ਬਹੁਤ ਘੱਟ ਹੁੰਦੀ ਸੀ he would turn up if there was a class test or during examination ਕਹਿੰਦੇ ਉਹ ਤਦ ਹੀ ਸਕੂਲ ਆਉਂਦਾ ਸੀ ਜਦ ਕੋਈ ਟੈਸਟ ਹੁੰਦਾ ਸੀ ਜਾਂ ਫਿਰ ਕੋਈ ਪੇਪਰ ਜਾਂ ਐਗਜ਼ਾਮ ਹੁੰਦਾ ਸੀ he would pass every test in first class ਕਹਿੰਦੇ ਉਹ ਫਰਸਟ ਡਿਵੀਜ਼ਨ ਦੇ ਵਿੱਚ ਆਪਣਾ ਹਰ ਟੈਸਟ ਪਾਸ ਕਰਦਾ ਸੀ before the start of every semester he would promise to improve his attendance for a week who would remain regular then the same story followed ਕਹਿੰਦੇ ਉਹ ਹਰ ਸਮੈਸਟਰ ਦੀ ਸ਼ੁਰੂਆਤ ਚ ਮੇਰੇ ਨਾਲ ਇਹ ਵਾਅਦਾ ਕਰਦਾ ਸੀ ਕਿ ਉਹ ਆਪਣੀ ਰੈਗੂਲਰ ਅਟੈਂਡੈਂਸ ਹੁਣ ਤੋਂ ਲਏਗਾ ਮਤਲਬ ਰੈਗੂਲਰ ਆਇਆ ਕਰੇਗਾ ਸਕੂਲ ਦੇ ਵਿੱਚ ਬਟ ਫਿਰ ਵੀ ਉਹ ਹਫਤੇ ਦੇ ਲਈ ਤਾਂ ਰੈਗੂਲਰ ਰਹਿੰਦਾ ਸੀ ਕੰਟੀਨਿਊਅਸਲੀ ਸਕੂਲ ਆਉਂਦਾ ਸੀ ਬਟ ਕਹਿੰਦੇ ਫਿਰ ਤੋਂ ਹੀ ਉਹ ਡਰਾਮਾ ਉਹਦਾ ਸ਼ੁਰੂ ਹੋ ਜਾਂਦਾ ਸੀ ਤੇ ਉਹ ਫਿਰ ਤੋਂ ਹੀ ਐਬਸੈਂਟ ਰਹਿਣਾ ਸਟਾਰਟ ਕਰ ਦਿੰਦਾ ਸੀਗਾ Once the teacher got tired of his stories and called his parents ਕਹਿੰਦੇ ਇੱਕ ਵਾਰ ਕੀ ਹੋਇਆ ਕਿ ਜਿਹੜਾ ਟੀਚਰ ਯਾਨੀ ਕਿ ਸੁਧਾ ਮੂਰਤੀ ਜੀ ਸਨ ਉਹਦੀਆਂ ਸਟੋਰੀਆਂ ਤੋਂ ਅੱਕ ਗਏ ਤੇ ਉਹਨਾਂ ਨੇ ਉਹਦੇ ਮਾਤਾ ਪਿਤਾ ਨੂੰ ਬੁਲਾ ਲਿਆ she told them that their son was not arrogant ਉਹਨਾਂ ਨੇ ਦੱਸਿਆ ਉਹਨਾਂ ਨੂੰ ਕਿ ਤੁਹਾਡਾ ਮੁੰਡਾ ਕੋਈ arrogant ਨਹੀਂ ਹੈ ਹੰਕਾਰੀ ਨਹੀਂ ਹੈ but he was indisciplined ਕਹਿੰਦੇ ਪਰ ਇਹਦੇ ਵਿੱਚ ਅਨੁਸ਼ਾਸਨਹੀਨਤਾ ਹੈ ਬਹੁਤ ਜ਼ਿਆਦਾ ਅਨੁਸ਼ਾਸਨ ਦੀ ਇਹਦੇ ਵਿੱਚ ਕਮੀ ਹੈ Hassan's father did not take anything seriously and shifted the blame on his mother ਕਹਿੰਦੇ ਜਿਹੜੇ ਹਸਨ ਦੇ ਪਿਤਾ ਜੀ ਸੀਗੇ ਉਹਨਾਂ ਨੇ ਕੋਈ ਵੀ ਗੱਲ ਨੂੰ ਸੀਰੀਅਸਲੀ ਨਹੀਂ ਲਿਆ ਤੇ ਸਾਰੀ ਗੱਲ ਆਪਣੇ ਵਾਈਫ ਤੇ ਸੁੱਟ ਦਿੱਤੀ Hassan's mother was seriously worried and wanted to improve him ਕਹਿੰਦੇ ਜਿਹੜੀ ਹਸਨ ਦੀ ਮਾਤਾ ਸੀ ਉਹ ਬਹੁਤ ਜ਼ਿਆਦਾ ਸੀਰੀਅਸ ਸੀਗੀ ਆਪਣੇ ਪੁੱਤਰ ਨੂੰ ਲੈ ਕੇ ਤੇ ਉਹ ਇੰਪਰੂਵ ਵੀ ਕਰਨਾ ਚਾਹੁੰਦੀ ਸੀ she told the teacher that he spent the night listening to music and chatting with his friends Hassan continued with his habits and finally passed his degree ਤੇ ਹਸਨ ਦੇ ਮਾਤਾ ਜੀ ਨੇ ਸੁਧਾ ਮੂਰਤੀ ਜੀ ਨੂੰ ਇਹ ਗੱਲ ਦੱਸੀ ਕਿ ਸਾਰੀ ਰਾਤ ਤਾਂ ਹਸਨ ਆਪਣੇ ਫਰੈਂਡਸ ਦੇ ਨਾਲ ਚੈਟਿੰਗ ਕਰਦਾ ਹੈ ਤੇ 뮤직 ਨੂੰ ਸੁਣਦਾ ਹੈ ਹੁਣ ਉਹ ਸਕੂਲ ਰੈਗੂਲਰ ਕਿਵੇਂ ਆ ਸਕਦਾ ਉਹ ਵੀ ਸਵੇਰੇ 9 ਵਜੇ ਠੀਕ ਹੈ ਤਾਂ ਉਹ 6-7 ਵਜੇ ਤੋਂ ਸੌਂਦਾ ਸੀਗਾ ਹਨਾ ਤਾਂ 9 ਵਜੇ ਉੱਠ ਕੇ ਕਿਵੇਂ ਸਕੂਲ ਜਾ ਸਕਦਾ ਹੈ ਇਟਸ ਨਾਟ ਪੋਸੀਬਲ ਕਿ 3 ਘੰਟਿਆਂ ਤੋਂ ਬਾਅਦ ਉਹ ਐਵੇਂ ਉੱਠ ਕੇ ਸਕੂਲ ਚਲੇ ਜਾਵੇ ਉਹਦੀ ਨੀਂਦ ਹੀ ਨਹੀਂ ਪੂਰੀ ਹੋਏਗੀ ਓਕੇ ਤਾਂ ਇਸ ਤਰ੍ਹਾਂ ਹੀ ਉਹਦੀਆਂ ਆਦਤਾਂ ਜਿਹੜੀਆਂ ਨੇ ਕੰਟੀਨਿਊ ਰਹਿੰਦੀਆਂ ਨੇ ਤੇ ਫਿਰ ਕੀ ਹੁੰਦਾ ਹੈ ਉਹ ਆਪਣੀ ਡਿਗਰੀ
पास कर लेंदा है, ठीक है। आफ्टर मैनी ईयर्स वन मंडे मॉर्निंग द secretary of the teacher told her that a person wanting to sell the latest software in high school teaching wanted to see her। ਕਹਿੰਦੇ ਕੁਝ ਸਾਲਾਂ ਬਾਅਦ ਕੀ ਹੁੰਦਾ ਹੈ, ਇੱਕ ਮੰਡੇ ਮਾਰਨਿੰਗ ਨੂੰ ਜਿਹੜਾ ਟੀਚਰ ਦਾ ਸੈਕਟਰੀ ਯਾਨੀ ਕਿ ਸੁਧਾ ਮੂਰਤੀ ਜੀ ਦਾ ਜਿਹੜਾ ਸੈਕਟਰੀ ਯਾਨੀ ਕਿ ਉਹਨਾਂ ਦਾ ਜਿਹੜਾ ਸੈਕਟਰੀ ਹੁੰਦਾ ਹੈ, ਮਤਲਬ ਸਮਝ ਗਏ ਤੁਸੀਂ, ਉਹਨਾਂ ਨੂੰ ਦੱਸਦਾ ਹੈ ਕਿ ਇੱਕ ਪਰਸਨ ਜਿਹੜਾ ਕਿ ਆਪਣੇ ਸੌਫਟਵੇਅਰ ਵੇਚਣਾ ਚਾਹੁੰਦਾ ਹੈ ਹਾਈ ਸਕੂਲ ਟੀਚਿੰਗ ਦਾ, ਉਹ ਤੁਹਾਨੂੰ ਮਿਲਣ ਆਇਆ, ਠੀਕ ਹੈ। ਐਟ 2 PM ਹੀ ਵਾਸ ਕਾਲਡ ਇਨ। ਕਹਿੰਦੇ 2 ਵਜੇ ਨੂੰ ਅੰਦਰ ਬੁਲਾਇਆ ਗਿਆ। ਉਹ 35 ਕੁ ਸਾਲਾਂ ਦਾ ਬੰਦਾ ਸੀ, ਸਲਾਈਟਲੀ ਫੈਟ, ਥੋੜਾ ਜਿਹਾ ਮੋਟਾ ਵੀ ਸੀ ਤੇ ਉਹਦਾ ਜਿਹੜਾ ਸਿਰ ਸੀ ਉਹ ਗੰਜਾ ਸੀ। To the surprise of the teacher, he was her bright student ਹਸਨ। ਪਹਿਲਾਂ ਤਾਂ ਉਹਨੂੰ ਪਛਾਣ ਨਹੀਂ ਆਉਂਦੀ, ਹਸਨ ਹੈ। ਫਿਰ ਹਸਨ ਦੋ ਤਿੰਨ ਗੱਲਾਂ ਦੱਸਦਾ ਹੈ, ਕੁਝ ਐਡਵਰਬਸ ਕੁਝ ਪ੍ਰੋਵਰਬਸ ਦੱਸਦਾ ਹੈ ਜਿਹੜੇ ਟੀਚਰ ਕੰਟੀਨਿਊਸਲੀ ਕਲਾਸ ਦੇ ਵਿੱਚ ਪੜ੍ਹਾਉਂਦੇ ਸੀ ਤਾਂ ਉਹਨੂੰ ਯਾਦ ਆਉਂਦਾ ਵੀ ਹਾਂ ਇਹ ਤਾਂ ਮੇਰਾ ਬ੍ਰਾਈਟ ਸਟੂਡੈਂਟ ਹਸਨ ਹੈ। Then he narrated the story of his unsuccessful career. He admitted before the teacher that his bad habits continued even when he started a job. He would get up late and was very lazy. He went to his office late, did not keep his appointments and became more irresponsible. He was failure at his office and at his home as well. He also came out with the true observation that getting a first class in the examination is not an index of the amount of knowledge one has. फिर वो अपनी कहानी दसदा है सारी ਸੁਧਾ ਮੂਰਤੀ ਜੀ ਨੂੰ ਕਿ ਕਿਸ ਤਰ੍ਹਾਂ ਉਹਦੀ ਲਾਈਫ ਬਹੁਤ ਹੀ ਅਨਸਕਸੈਸਫੁਲੀ ਚੱਲ ਰਹੀ ਹੈ। ਉਹ ਨਾ ਹੀ ਆਪਣੇ ਅਪਾਇੰਟਮੈਂਟਸ ਕੰਟੀਨਿਊ ਕਰ ਪਾਇਆ ਆਫਿਸ ਦੇ ਵਿੱਚ, ਨਾ ਹੀ ਮੀਟਿੰਗਸ ਰੈਗੂਲਰ ਵਿੱਚ। ਮਤਲਬ ਉਹਦੀ ਜਿਹੜੀ ਆਦਤਾਂ ਸੀਗੀਆਂ ਉਸਨੇ ਉਸਦੀ ਆਦਤਾਂ ਨੇ ਉਸਦੀ ਜਿਹੜੀ ਜ਼ਿੰਦਗੀ ਸੀ ਇੱਕ ਤਰ੍ਹਾਂ ਤਬਾਹ ਕਰ ਦਿੱਤੀ, ਠੀਕ ਹੈ। ਬਿਕੋਜ਼ ਉਹ ਨਾ ਹੀ ਆਫਿਸ ਦੇ ਵਿੱਚ ਵਧੀਆ ਰਹਿ ਪਾਇਆ, ਨਾ ਹੀ ਘਰੇ, ਕਿਉਂਕਿ ਜਿਹੜੀਆਂ ਆਦਤਾਂ ਹੁੰਦੀਆਂ ਨੇ ਜਦੋਂ ਪੱਕ ਜਾਂਦੀਆਂ ਨੇ ਤਾਂ ਬਹੁਤ ਔਖਾ ਹੋ ਜਾਂਦਾ ਇਹਨਾਂ ਨੂੰ ਕਿਆ ਕਰਨਾ, ਹਟਾਣਾ, खत्म करना। The teacher rightly advised her bright student, there is always a start at any age. Do not get disappointed. You may have lost a battle, but you can still win the war. There is nothing which is impossible. फिर ਉਹਦੇ teacher ਉਹਨੂੰ ਥੋੜਾ ਜਿਹਾ ਹੌਸਲਾ ਦਿੰਦੇ ਨੇ, ਠੀਕ ਹੈ। ਤੇ ਹਸਨ ਨੇ ਇੱਕ ਹੋਰ ਆਬਜ਼ਰਵੇਸ਼ਨ ਵੀ ਦੱਸੀ ਕਿ ਗੈਟਿੰਗ ਅ ਫਰਸਟ ਕਲਾਸ ਇਨ ਦਾ ਐਗਜ਼ਾਮੀਨੇਸ਼ਨ, ਕਿ ਜੇ ਤੁਸੀਂ ਫਰਸਟ ਕਲਾਸ ਦੇ ਵਿੱਚ ਪਾਸ ਕਰ ਰਹੇ ਹੋ ਤਾਂ ਇਸਦਾ ਮਤਲਬ ਇਹ ਨਹੀਂ ਕਿ ਯੂ ਆਰ ਵੈਰੀ ਮਚ ਇੰਟੈਲੀਜੈਂਟ, ਠੀਕ ਹੈ। ਇਹਦਾ ਇਹ ਵੀ ਕੋਈ ਮਤਲਬ ਨਹੀਂ ਕਿ ਤੁਹਾਡੇ ਕੋਲ ਬਹੁਤ ਨੌਲੇਜ ਹੈ। ਕਹਿੰਦੇ ਇਟ ਇਜ਼ ਨਾਟ ਐਨ ਇੰਡੈਕਸ ਆਫ ਦ ਅਮਾਊਂਟ ਆਫ ਨੌਲੇਜ ਵਨ ਹੈਜ਼, ਕਿ ਜੇ ਕਿਸੇ ਦੇ 100 ਚੋਂ 100 ਨੰਬਰ ਆ ਰਹੇ, 100 ਬਟਾ 100 ਨੰਬਰ ਆ ਰਹੇ ਤਾਂ ਆਪਾਂ ਏਦਾਂ ਨਹੀਂ ਕਹਿ ਸਕਦੇ ਵੀ ਉਹ ਬਹੁਤ ਜ਼ਿਆਦਾ ਨੌਲੇਜ ਵਾਲਾ ਇਨਸਾਨ ਹੈ, ਠੀਕ ਹੈ। ਹੋ ਸਕਦਾ ਹੈ ਕਿ ਨੌਲੇਜ ਵਾਲੇ ਇਨਸਾਨ ਦੇ ਥੋੜੇ ਤੋਂ ਘੱਟ ਨੰਬਰ ਆ ਰਹੇ ਹੋਣ, ਠੀਕ ਹੈ। ਤਾਂ ਇਟ ਇਜ਼ ਨਾਟ ਦਾ ਇੰਡੈਕਸ ਕਿ ਆਪਾਂ ਐਵੇਂ ਮੇਜਰ ਨਹੀਂ ਕਰ ਸਕਦੇ ਕਿ ਜਿਹਦੇ ਇੰਨੇ ਨੰਬਰ ਆ ਰਹੇ ਤੇ ਇੰਨਾ ਇੰਟੈਲੀਜੈਂਟ ਹੈ, ਠੀਕ ਹੈ। ਤਾਂ ਉਹ ਫਿਰ ਉਹਨੂੰ ਹੌਸਲਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਯੂ ਮੇ ਹੈਵ ਲੋਸਟ ਅ ਬੈਟਲ ਬਟ ਯੂ ਕੈਨ ਸਟਿਲ ਵਿਨ ਦ ਵਾਰ। ਕਹਿੰਦੇ ਹੋ ਸਕਦਾ ਹੈ ਕਿ ਤੂੰ ਇੱਕ ਬੈਟਲ, ਇੱਕ ਛੋਟੀ ਲੜਾਈ, ਠੀਕ ਹੈ, ਉਹ ਤੂੰ ਹਾਰ ਗਿਆ ਹੋਵੇਂ ਬਟ ਤੂੰ ਹੁਣ ਵੀ ਆਪਣਾ ਇੱਕ ਜਿਹੜਾ ਯੁੱਧ ਹੈ ਉਹ ਜਿੱਤ ਸਕਦਾ ਹੈ। there is nothing which is impossible। ਕਹਿੰਦੇ ਅਜੇ ਕੁਝ ਵੀ ਨਹੀਂ ਦੁਨੀਆ ਤੇ ਜਿਹੜਾ ਕਿ ਨਾਮੁਮਕਿਨ ਹੈ। the teacher could see a twinkle in the eyes of ਹਸਨ। ਕਹਿੰਦੇ ਹਸਨ ਦੀ ਅੱਖਾਂ ਦੇ ਵਿੱਚ ਜਿਹੜੀ ਟੀਚਰ ਸੀ ਉਹ ਇੱਕ ਚਮਕ ਦੇਖ ਸਕਦੀ ਸੀ। she wished him good luck, ਠੀਕ ਹੈ, ਉਹਨੇ ਉਹਨੂੰ good luck wish ਕੀਤਾ। she hoped to see him unexpectedly once again finding him happy and successful। ਤੇ ਉਹਨੇ ਇਹ ਉਮੀਦ ਕੀਤੀ ਕਿ ਉਹ ਇੱਕ ਦਿਨ ਫੇਰ ਹਸਨ ਨੂੰ ਇਦਾਂ ਹੀ ਟੱਕਰੇ ਤੇ ਉਹ ਉਸ ਟਾਈਮ ਬਹੁਤ ਜ਼ਿਆਦਾ ਖੁਸ਼ ਤੇ ਕਾਮਯਾਬ ਹੋਏ। ਓਕੇ, ਪਹਿਲਾ ਹੈ what is narrator profession? The narrator teaches computer science to the students of masters in computer application. Why was Hassan not noticed by the teacher in the class? It is because he was hardly ever present in the class। ਕਹਿੰਦੇ ਟੀਚਰ ਉਹਨੂੰ ਨੋਟਿਸ ਕਿਉਂ ਨਹੀਂ ਕਰਦਾ ਸੀ? ਕਿਉਂਕਿ ਉਹ ਆਉਂਦਾ ਹੀ ਨਹੀਂ ਸੀ ਕਲਾਸ ਦੇ ਵਿੱਚ, ਬਹੁਤ ਮੁਸ਼ਕਿਲ ਨਾਲ ਪ੍ਰੈਜ਼ੈਂਟ ਹੁੰਦਾ ਸੀ। Why would the narrator render attendance to Hassan every time? ਕਹਿੰਦੇ ਹਰ ਵਾਰ narrator attendance ਕਿਉਂ ਦੇ ਦਿੰਦਾ ਸੀ ਹਸਨ ਨੂੰ? Hassan would beg for attendance in such a manner that it was very difficult for the narrator to say no। ਕਹਿੰਦੇ ਉਹ ਇਸ ਤਰ੍ਹਾਂ ਭੀਖ ਮੰਗਦਾ ਸੀ attendance ਦੇ ਲਈ ਸੁਧਾ ਮੂਰਤੀ ਕੋਲੋਂ ਕਿ ਸੁਧਾ ਮੂਰਤੀ ਦੇ ਜਵਾਬ ਦੇਣਾ, ਮਨਾ ਕਰਨਾ ਬਹੁਤ ਔਖਾ ਹੋ ਜਾਂਦਾ ਸੀ। Why were Hassan's parents called to school? ਹਸਨ ਦੇ ਮਾਤਾ ਪਿਤਾ ਨੂੰ ਸਕੂਲ ਦੇ ਵਿੱਚ ਕਿਉਂ ਬੁਲਾਇਆ ਗਿਆ? The teacher got tired of Hassan's story, so she called his parents। During which days would Hassan often show up in the class? Hassan would show up in particularly if there was a class test or during examination। ਇਹ ਮੈਂ ਸਮਝਾਇਆ ਹੋਇਆ। What was Hassan's mother plea to his father? Her plea to Hassan's father was that being his father he should speak to Hassan।
समझ गए। हसन दी मदर ਉਹਦੇ ਫਾਦਰ ਨੂੰ ਕੀ ਕਹਿੰਦੀ ਹੈ ਕਿ ਤੁਸੀਂ ਉਹਦੇ ਪਿਤਾ ਹੋ, ਤੁਹਾਨੂੰ ਉਹਦੇ ਨਾਲ ਕੀ ਕਰਨਾ ਚਾਹੀਦਾ ਹੈ, ਗੱਲਬਾਤ ਕਰਨੀ ਚਾਹੀਦੀ ਹੈ ਤੇ ਉਹਨੂੰ ਸਮਝਾਉਣਾ ਚਾਹੀਦਾ। why did the parent teacher meeting end fruitlessly ਕਹਿੰਦੇ ਕਿਉਂ ਨਹੀਂ ਕੋਈ ਨਤੀਜਾ ਨਿਕਲਿਆ। it ended fruitlessly because Hasan's father and mother did not take the responsibility of their son ਉਹਨਾਂ ਨੇ ਜ਼ਿੰਮੇਵਾਰੀ ਨਹੀਂ ਚੁੱਕੀ ਆਪਣੇ ਪੁੱਤਰ ਦੀ। ਅਗਲਾ ਪ੍ਰਸ਼ਨ describe the physical appearance of Hasan when he met his teacher after several years ਕਹਿੰਦੇ ਕਿਵੇਂ ਦਾ ਲੱਗ ਰਿਹਾ ਸੀ ਹਸਨ several years ਦੇ ਬਾਅਦ। Hasan looked plump with a bald head and moderately dressed ਕਹਿੰਦੇ ਉਹਦੇ ਠੀਕ ਠਾਕ ਕੱਪੜੇ ਪਾਏ ਹੋਏ ਸੀ ਤੇ ਉਹਦਾ ਜਿਹੜਾ ਸਿਰ ਸੀਗਾ ਬਾਲਡ ਸੀਗਾ, ਮਤਲਬ he was ਗੰਜਾ। Okay, next is what had the narrator expected Hasan to become in life? The narrator expected that Hasan would have definitely done well in his life। ਕੀ expect ਕਰ ਰਹੇ ਸੀ ਸੁਧਾ ਮੂਰਤੀ ਜੀ ਕਿ ਹਸਨ ਦੀ ਜ਼ਿੰਦਗੀ ਕਿਹੋ ਜਿਹੀ ਹੋਏਗੀ, ਤਾਂ ਉਹ expect ਕਰ ਰਹੇ ਸੀ ਕਿ ਜਿਵੇਂ ਕਿ ਹਸਨ ਬਹੁਤ ਜ਼ਿਆਦਾ intelligent ਸੀਗਾ ਤਾਂ expect ਕਰ ਰਹੇ ਸੀਗੇ ਕਿ ਹਸਨ ਬਹੁਤ ਜ਼ਿਆਦਾ ਵਧੀਆ ਕਰ ਚੁੱਕਿਆ ਹੋਏਗਾ ਆਪਣੀ ਜ਼ਿੰਦਗੀ ਦੇ ਵਿੱਚ, ਠੀਕ ਹੈ। How did Hasan study when he was in college? ਕਹਿੰਦੇ ਹਸਨ ਕਿਵੇਂ ਪੜ੍ਹਾਈ ਕਰਦਾ ਸੀ ਜਦੋਂ ਕਾਲਜ ਦੇ ਵਿੱਚ ਹੁੰਦਾ ਸੀ। ਤਾਂ at college Hasan was very irregular in his studies and always ran short in attendance ਕਹਿੰਦੇ ਕਾਲਜ ਦੇ ਵਿੱਚ ਵੀ ਜਦੋਂ ਆਪਣੀ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨਸ ਦੀ ਡਿਗਰੀ ਪਾਸ ਕਰ ਗਿਆ ਸੀ ਫਿਰ ਵੀ ਉਹਦੀ ਆਦਤਾਂ ਨਹੀਂ ਸੀ ਖਤਮ ਹੋਈਆਂ, ਨਹੀਂ ਸੀ ਮੁੱਕੀਆਂ, ਕੰਟੀਨਿਊ ਕਰਦੀਆਂ ਰਹੀਆਂ ਤੇ ਉੱਥੇ ਕਾਲਜ ਦੇ ਵਿੱਚ ਜਾ ਕੇ ਵੀ ਉਸਦੀ ਇਹੀ ਆਦਤਾਂ ਬਰਕਰਾਰ ਰਹੀਆਂ ਤੇ ਬਹੁਤ ਜ਼ਿਆਦਾ ਕੀ ਸੀਗਾ ਇਰੈਗੂਲਰ ਸੀਗਾ ਆਪਣੀ ਪੜ੍ਹਾਈ ਦੇ ਵਿੱਚ ਤੇ ਹਮੇਸ਼ਾ ਹੀ ਉਸਦੀ ਅਟੈਂਡੈਂਸ ਜਿਹੜੀ ਸੀ ਉਹ ਘਟ ਜਾਂਦੀ ਸੀ। ਅਕੋਰਡਿੰਗ ਟੂ ਹਸਨ ਹੂ ਵਰ ਨਰਡਸ ਕਹਿੰਦੇ ਹਸਨ ਦੇ ਅਕੋਰਡਿੰਗ ਨਰਡਸ ਕੌਣ ਸੀ। ਅਕੋਰਡਿੰਗ ਟੂ ਹਸਨ ਨਰਡਸ ਵਰ ਦੋਜ਼ ਪਰਸਨਸ ਹੂ ਵਰ ਬੋਰਿੰਗ ਸਟੂਪਿਡ ਐਂਡ ਅਨਫੈਸ਼ਨੇਬਲ ਉਹਦੀ ਕਲਾਸ ਦੇ ਵਿੱਚ ਜਿਹੜੇ ਜਵਾਕ ਹਰ ਟਾਈਮ ਪੜ੍ਹਦੇ ਰਹਿੰਦੇ ਸੀ, ਹਰ ਟਾਈਮ ਮਿਹਨਤ ਕਰਦੇ ਸੀ, ਉਹਦੇ ਅਕੋਰਡਿੰਗ ਉਹ ਬਹੁਤ ਜ਼ਿਆਦਾ ਬੇਵਕੂਫ ਸੀਗਾ, ਸਟੂਪਿਡ ਸੀਗਾ, ਅਨਫੈਸ਼ਨੇਬਲ ਸੀ, ਜਿਨ੍ਹਾਂ ਨੂੰ ਅਕਲ ਹੀ ਨਹੀਂ ਸੀਗੀ ਕਿ ਨੰਬਰ ਕਿੱਦਾਂ ਲਈਦੇ ਨੇ, ਠੀਕ ਹੈ। ਜਿਵੇਂ ਹਸਨ ਲੈ ਲੈਂਦਾ ਸੀ ਬਟ ਬਾਅਦ ਦੇ ਵਿੱਚ ਉਹਨੂੰ ਔਖਾ ਹੋਇਆ, ਉਹਨੂੰ ਪਤਾ ਚੱਲਿਆ ਕਿ ਨੰਬਰ ਲੈਣਾ ਸਭ ਕੁਝ ਨਹੀਂ ਹੁੰਦਾ, ਉਹ ਮਿਹਨਤ ਕਰਦੇ ਸੀ, ਉਹ ਨੌਲੇਜ ਗੇਨ ਕਰਦੇ ਸੀ, ਗਿਆਨ ਇਕੱਠਾ ਕਰਦੇ ਸੀ। Why did Hasan start living separately ਕਹਿੰਦੇ ਹਸਨ ਨੇ ਵੱਖ ਰਹਿਣਾ ਕਿਉਂ ਸ਼ੁਰੂ ਕਰ ਦਿੱਤਾ। Hasan's father was fed up with his erratic behavior and bad habits, so he told him to live separately। Next question, what made Hasan feel optimistic as he left the narrator's office ਕਹਿੰਦੇ ਜਦ ਹਸਨ ਨਰੇਟਰ ਦੇ ਆਫਿਸ ਤੋਂ ਬਾਹਰ ਨਿਕਲਿਆ ਤਾਂ ਉਸਨੂੰ ਕਿੱਦਾਂ ਦਾ ਮਹਿਸੂਸ ਹੋਇਆ। The narrator advised to Hasan to shed disappointment and start new life made Hasan feel optimistic, ਠੀਕ ਹੈ। ਜਦ ਉਹਨੇ ਨਰੇਟਰ ਨੇ ਐਡਵਾਈਸ ਦਿੱਤੀ, ਸਲਾਹ ਦਿੱਤੀ ਕਿ ਤੂੰ ਇੱਕ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ, ਇੱਕ ਨਵੀਂ ਸ਼ੁਰੂਆਤ ਕਰ, ਤਾਂ ਉਹਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਫੀਲ ਹੋਇਆ। ਅਗਲਾ ਕੁਐਸਚਨ, ਡਰਾ ਬਰੀਫ ਕਰੈਕਟਰ ਸਕੈਚ ਆਫ ਹਸਨ ਕਹਿੰਦੇ ਹਸਨ ਦਾ ਇੱਕ ਬਰੀਫ ਕਰੈਕਟਰ ਸਕੈਚ ਡਰਾ ਕਰੋ। ਇਹਦੇ ਵਿੱਚ ਪਹਿਲਾਂ ਇਹੀ ਦੱਸ ਦੇਣਾ ਵੀ ਉਹ ਟੌਲ ਸੀ, ਹੈਂਡਸਮ ਸੀ, ਬ੍ਰਾਈਟ ਬॉय ਸੀਗਾ, ਉਹ ਕਾਹਦੀ ਡਿਗਰੀ ਚ ਕਰ ਰਿਹਾ ਸੀ, ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨ ਸਟੱਡੀ ਕਰ ਰਿਹਾ ਸੀ, ਉਹਦੀ ਬਹੁਤ ਤੇਜ਼ ਮੈਮਰੀ ਸੀ, ਉਹ ਇੱਕ ਰਿਚ ਫੈਮਿਲੀ ਤੋਂ ਬਿਲੋਂਗ ਕਰਦਾ ਸੀ, ਉਹ ਆਪਣੇ ਮਾਤਾ ਪਿਤਾ ਦਾ ਕੱਲਾ ਜਵਾਕ ਸੀ, he was the only son of his parents, he was not regular in his studies and he was hardly ever present in the class, ਉਹ ਬਹੁਤ ਮੁਸ਼ਕਿਲ ਨਾਲ ਕਲਾਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਸੀ। Being bright, he would always get a first class in examination. Hasan did not value time. ਉਹਨੇ ਟਾਈਮ ਦੀ ਕਦਰ ਨਹੀਂ ਕੀਤੀ, ਉਹ ਸਾਰੀ ਰਾਤ ਆਪਣੇ ਗਾਣੇ ਸੁਣਦਾ ਸੀ ਤੇ ਆਪਣੇ ਫਰੈਂਡਸ ਨਾਲ ਚੈਟਿੰਗ ਕਰਦਾ ਸੀ, ਉਹ ਸਵੇਰੇ 6 ਵਜੇ ਸੌਂਦਾ ਸੀ। he slept 6 in the morning, he continued his weight in later life also, ਬਾਅਦ ਦੇ ਵਿੱਚ ਜਾ ਕੇ ਵੀ ਉਹਨੇ ਇਹੀ ਕੰਟੀਨਿਊ ਕੀਤਾ। he would get up late and was very lazy, ਉਹ ਲੇਟ ਉੱਠਦਾ ਸੀ, ਬਹੁਤ ਜ਼ਿਆਦਾ ਆਲਸੀ ਸੀ। after a lot of pressure from his parents, he took up a job and nobody liked him for his behavior, ਕੋਈ ਵੀ ਉਹਨੂੰ ਲਾਈਕ ਨਹੀਂ ਸੀ ਕਰਦਾ ਉਹਦੇ ਵਰਤਾਵ ਦੇ ਕਰਕੇ। no employer would keep such an employee, he lost whatever job he took up ਕਹਿੰਦੇ ਉਹਦੀ ਆਦਤਾਂ ਕਰਕੇ ਉਹ ਜਿਹੜੀ ਵੀ ਜੌਬ ਲੈਂਦਾ ਸੀਗਾ ਉਹ ਤੋਂ ਲਾਈਕ ਖੋਲ ਹੀ ਜਾਂਦੇ ਸੀ, ਉਹਦਾ ਰੁਜ਼ਗਾਰ ਉਹ ਤੋਂ ਲੈ ਲਿਆ ਜਾਂਦਾ ਸੀ ਬਿਕੋਜ਼ ਉਹਦੀਆਂ ਆਦਤਾਂ ਚੰਗੀਆਂ ਨਹੀਂ ਸੀ। his teacher was sorry for him ਜਦੋਂ ਸੁਧਾ ਮੂਰਤੀ ਜੀ ਨੂੰ ਉਹਦੇ ਬਾਰੇ ਪਤਾ ਚੱਲਿਆ ਤਾਂ ਉਹ ਬਹੁਤ ਜ਼ਿਆਦਾ ਦੁਖੀ ਹੋਏ। we pity his miserable plight ਕਹਿੰਦੇ ਤੁਹਾਨੂੰ ਉਹਦੀ ਇਸ ਕੰਡੀਸ਼ਨ ਤੇ ਤਰਸ ਆਉਂਦਾ ਹੈ। what is the theme of the chapter Hasan's attendance problem ਵਿੱਚ ਦੱਸਣਾ ਹੈ ਕਿ it is a thought provoking chapter, ਉਹੀ ਦੱਸਣਾ ਹੈ ਵੀ ਇਹ ਆਪਾਂ ਨੂੰ ਦੱਸਦਾ ਹੈ ਵੀ ਜੇ ਆਪਾਂ ਥਿੰਗਸ ਨੂੰ ਸੀਰੀਅਸਲੀ ਨਹੀਂ ਲੈਂਦੇ ਤੇ ਸਿਰਫ ਨੰਬਰਾਂ ਦੇ ਲਈ ਵਰਕ ਕਰਦੇ ਹਾਂ ਤਾਂ ਬਹੁਤ ਔਖਾ ਹੋ ਜਾਂਦਾ ਫਿਊਚਰ ਦੇ ਵਿੱਚ ਜਾ ਕੇ, ਠੀਕ ਹੈ। ਨੌਲੇਜ gain ਕਰਨੀ ਮੇਨ ਥਿੰਗ ਹੁੰਦੀ ਹੈ। this theme has been developed with the example of Hasan is a very bright and negligible student, ਉਹਦੇ ਬਾਰੇ ਦੱਸ ਦੇਣਾ ਹੈ ਸਾਰਾ ਕੁਝ ਵੀ ਬਾਅਦ ਚੋਂ ਦੇਖੋ ਪਹਿਲਾਂ ਐਂਦਾ ਕਹਿ ਦਿਓ ਵੀ you can write, ਦੇਖੋ ਟ੍ਰਾਂਸਲੇਸ਼ਨ PDF ਤਾਂ ਤੁਹਾਨੂੰ ਮੈਂ ਦੇ ਹੀ ਰਹੀ ਹਾਂ, ਮੈਂ ਤੁਹਾਨੂੰ ਸਮਝਾ ਰਹੀ ਹਾਂ ਵੀ ਤੁਸੀਂ ਆਪਣੇ ਆਨਸਰ ਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਨਾ ਐਗਜ਼ਾਮ ਦੇ ਵਿੱਚ। ਤੁਸੀਂ ਲਿਖ ਦਿਓ ਵੀ he was very much intelligent, ਠੀਕ ਹੈ, he gained marks but
ਉਹਦੇ ਜਿਹੜੇ ਸੀਗੇ ਉਹਦੇ ਕੋਲ ਨੌਲੇਜ ਨਹੀਂ ਸੀਗੀ, ਉਹਨੇ ਨੌਲੇਜ ਗੇਨ ਨਹੀਂ ਕਰੀ। ਪੇਪਰਾਂ ਕੋਲ ਜਾ ਕੇ ਪੜ੍ਹ ਤਾਂ ਲੈਂਦਾ ਸੀ, ਇੰਪੋਰਟੈਂਟ ਕੁਐਸਚਨਸ ਪੜ੍ਹ ਕੇ ਨੰਬਰ ਲੈ ਲੈਂਦਾ ਸੀ, ਫਸਟ ਡਿਵੀਜ਼ਨ ਵਿੱਚ ਪਾਸ ਹੋ ਜਾਂਦਾ ਸੀ, ਬਟ ਉਹਦੀ ਜਿਹੜੀ ਆਦਤਾਂ ਸੀ ਉਹ ਵੀ ਬਹੁਤ ਮਾੜੀਆਂ ਸੀ। ਉਹਨੇ ਟਾਈਮ ਦੀ ਕਦਰ ਨਹੀਂ ਕੀਤੀ, ਸਮੇਂ ਦੀ ਕਦਰ ਨਹੀਂ ਕੀਤੀ, ਤੇ ਆਪਣੇ ਜਿਹੜਾ ਸੀ ਉਹ ਫਿਰ ਫਿਊਚਰ ਦੇ ਵਿੱਚ ਜਾ ਕੇ ਉਹਨੂੰ ਬਹੁਤ ਔਖਾ ਹੋਇਆ। ਉਹਦੇ ਫਰੈਂਡਸ ਸੀਗੇ ਜਿਹੜੇ ਉਹ ਬਹੁਤ ਵਧੀਆ ਕਰ ਚੁੱਕੇ ਸੀ ਜ਼ਿੰਦਗੀ ਦੇ ਵਿੱਚ, ਬਟ ਹਸਨ ਬਹੁਤ ਪਿੱਛੇ ਰਹਿ ਗਿਆ ਕਿਉਂਕਿ ਉਹਦੀਆਂ ਆਦਤਾਂ ਮਾੜੀਆਂ ਸੀ। ਠੀਕ ਹੈ, ਉਹਦੀਆਂ ਜਿਹੜੀਆਂ ਆਦਤਾਂ ਸੀ ਕੰਟੀਨਿਊ ਰਹੀਆਂ। ਹੁਣ ਦੇਖੋ ਮੈਂ ਬਾਰ-ਬਾਰ ਬੋਲਦੀ ਹਾਂ, ਤੁਹਾਨੂੰ ਯਾਦ ਹੀ ਹੋ ਗਿਆ ਹੋਵੇਗਾ। ਡਰਾਅ ਕਰੈਕਟਰ ਸਕੈਚ ਆਫ ਹਸਨਸ ਪ੍ਰੋਬਲਮਸ ਨਰੇਟਰ, ਮਤਲਬ ਸੁਧਾ ਮੂਰਤੀ ਜੀ ਦਾ ਇੱਕ ਕਰੈਕਟਰ ਸਕੈਚ ਡਰਾਅ ਕਰਨਾ ਹੈ। ਇੱਥੇ ਆਪਾਂ ਦੱਸ ਦਾਂਗੇ the narrator of the lesson is Sudha Murthy. She is a teacher in Bangalore. She teaches computer science to MCA student, मतलब masters in computer applications ਦੇ ਜਿਹੜੇ students ਉਹਨਾਂ ਨੂੰ computer science ਪੜ੍ਹਾਉਂਦੇ ਸੀ। She was kind and helpful to her students. She condemns the shortage of the attendance. ਜੇ ਕਿਸੇ ਦੀ attendance ਘੱਟ ਜਾਂਦੀ ਸੀ ਉਹ attendance ਦੇ ਦਿੰਦੇ ਸੀਗੇ। She does not want to harm the interest of her students. ਉਹ ਚਾਹੁੰਦੇ ਸੀਗੇ ਕਿ ਕਿਸੇ ਦਾ ਵੀ ਨੁਕਸਾਨ ਨਾ ਹੋਵੇ, ਕੋਈ ਵੀ ਉਹਨਾਂ ਦੇ ਸਟੂਡੈਂਟ ਦਾ ਉਹਨਾਂ ਕਰਕੇ ਕੋਈ ਨੁਕਸਾਨ ਨਾ ਹੋਵੇ, ਇਸ ਲਈ ਹਾਲਾਂਕਿ ਉਹਨਾਂ ਨੂੰ ਬੁਰਾ ਲੱਗਦਾ ਸੀ ਫਿਰ ਵੀ ਉਹ attendance ਦੇ ਦਿੰਦੇ ਸੀਗੇ। She gets upset with those students who are not regular. ਉਹਨਾਂ ਨੂੰ ਬਹੁਤ ਬੁਰਾ ਲੱਗਦਾ ਸੀ ਉਹ ਸਟੂਡੈਂਟਸ ਦੇ ਲਈ ਜਿਹੜੇ ਰੈਗੂਲਰ ਨਹੀਂ ਸੀ। She can't remain angry with them for long. ਉਹ ਜ਼ਿਆਦਾ ਸਮੇਂ ਲਈ ਉਹਨਾਂ ਨਾਲ ਗੁੱਸੇ ਹੋਏ ਨਹੀਂ ਰਹਿ ਸਕਦੇ ਸੀ, ਰੁੱਸੇ ਹੋਏ, ਬਿਕੋਜ਼ ਆਪਾਂ ਨੂੰ ਪਤਾ ਜਦ ਆਪਾਂ ਕਿਸੇ ਨੂੰ ਜ਼ਿਆਦਾ ਪਿਆਰ ਕਰਦੇ ਹਾਂ ਆਪਣੇ ਮੰਮਾ ਪਾਪਾ ਨਾਲ ਤਾਂ ਆਪਾਂ ਜ਼ਿਆਦਾ ਟਾਈਮ ਉਹਨਾਂ ਦੇ ਨਾਲ ਰੁੱਸੇ ਹੋਏ ਨਹੀਂ ਰਹਿ ਸਕਦੇ। ਆਪਾਂ ਥੋੜਾ ਟਾਈਮ ਤਾਂ ਗੁੱਸਾ ਕਰ ਲੈਂਦੇ ਹਾਂ, ਬਟ ਆਫਟਰਵਰਡਸ ਜਿਹੜਾ ਗੁੱਸਾ ਹੈ ਉਹ ਸ਼ਾਂਤ ਹੋ ਜਾਂਦਾ। She treats her students as her own children. ਆਪਣੇ ਬੱਚਿਆਂ ਵਾਂਗ ਸਾਰੇ ਬੱਚਿਆਂ ਨੂੰ ਮਤਲਬ ਆਪਣੇ ਸਟੂਡੈਂਟਸ ਨੂੰ ਟਰੀਟ ਕਰਦੇ ਸੀ, ਆਪਣੇ ਵਿਦਿਆਰਥੀਆਂ ਨੂੰ। Some of our students have become very good human being. ਕਹਿੰਦੇ ਕੁਝ ਉਹਨਾਂ ਦੇ ਵਿਦਿਆਰਥੀ ਬਹੁਤ ਚੰਗੇ ਇਨਸਾਨ ਬਣ ਚੁੱਕੇ ਹਨ, ਕੁਝ ਬਹੁਤ ਮਸ਼ਹੂਰ ਹੋ ਚੁੱਕੇ ਨੇ ਤੇ ਕੁਝ ਬਹੁਤ ਜ਼ਿਆਦਾ ਅਮੀਰ ਹੋ ਚੁੱਕੇ ਨੇ। Some others like Hasan have remained ordinary also. ਕਹਿੰਦੇ ਕੁਝ ਇਹੋ ਜਿਹੇ ਵੀ ਸੀ ਹਸਨ ਵਰਗੇ ਜਿਹੜੇ ਆਮ ਹੀ ਰਹੇ, ਕੁਝ ਖਾਸ ਨਹੀਂ ਬਣੇ। She tried her best to improve the morale of such students. ਕਹਿੰਦੇ ਉਹ ਬਹੁਤ ਕੋਸ਼ਿਸ਼ ਕਰਦੇ ਨੇ ਕਿ ਇਹੋ ਜਿਹੇ ਵਿਦਿਆਰਥੀ ਆਪਣੇ ਇਹੋ ਜਿਹੇ ਸਟੂਡੈਂਟਸ ਦੀ ਉਹ morale ਵਧਾਉਣ। The students on their part love and respect her. She still remember her and they still remember her and send her invitation and greeting. Their love is their strength. ਉਹ ਕਹਿੰਦੇ ਹੁਣ ਵੀ ਉਹਨਾਂ ਦੇ ਜਿਹੜੇ ਬੱਚੇ ਉਹਨਾਂ ਕੋਲ ਪੜ੍ਹੇ ਹੋਏ ਹੁਣ ਵੀ ਉਹਨਾਂ ਨੂੰ ਯਾਦ ਕਰਦੇ ਨੇ, ਹੁਣ ਵੀ ਯਾਦ ਰੱਖਦੇ ਨੇ ਤੇ ਉਹਨਾਂ ਨੂੰ ਇਨਵੀਟੇਸ਼ਨ ਭੇਜਦੇ ਨੇ ਵਿਆਹ ਦੇ ਵਿੱਚ ਆਉਣ ਲਈ, ਜਾਂ ਫਿਰ ਕੋਈ ਵੀ ਉਹਨਾਂ ਦੇ ਗ੍ਰੀਟਿੰਗਸ ਭੇਜਦੇ ਨੇ, ਕੋਈ ਵੀ ਜੇ ਫੰਕਸ਼ਨ ਉਹਨਾਂ ਨੇ ਰੱਖਿਆ ਹੁੰਦਾ। ਹਾਊ ਵੁਡ ਹਸਨ ਅਪੋਲੋਜਾਈਜ਼ ਫॉर ਹਿਸ ਐਬਸੈਂਸ ਇਨ ਦ ਕਲਾਸ। ਇਹਦੇ ਵਿੱਚ ਦੱਸ ਦੇਣਾ ਵੀ ਬਹੁਤ ਇੰਟੈਲੀਜੈਂਟ ਸੀਗਾ, ਬਹੁਤ ਰਿਚ ਫੈਮਿਲੀ ਤੋਂ ਬਿਲੋਂਗ ਕਰਦਾ ਸੀ, ਬਟ ਉਹ ਰੈਗੂਲਰ ਨਹੀਂ ਸੀਗਾ। ਫਿਰ ਉਹ ਅਟੈਂਡੈਂਸ ਮੰਗਦਾ ਸੀਗਾ ਟੀਚਰ ਤੋਂ ਬਹੁਤ ਹੀ ਇਹੋ ਜਿਹੇ ਵੇ ਨਾਲ ਕਿ ਟੀਚਰ ਨੂੰ ਅਟੈਂਡੈਂਸ ਦੇਣੀ ਪੈਂਦੀ ਸੀ। ਵੁਡ ਬੈਗ ਇਨ ਸੱਚ ਅ ਮੈਨਰ। ਠੀਕ ਹੈ, ਫਿਰ ਪਹਿਲਾਂ ਤਾਂ ਫਾਰਮਲੀ ਬਹੁਤ ਹੀ ਸਟ੍ਰਿਕਟਲੀ ਸੁਧਾ ਮੂਰਤੀ ਜੀ ਮਨਾ ਕਰ ਦਿੰਦੇ ਸੀ, ਬਟ ਬਾਅਦ ਵਿੱਚ ਉਹਨੂੰ ਅਟੈਂਡੈਂਸ ਦੇ ਦਿੰਦੇ ਸੀ। ਨਹੀਂ ਫਿਰ ਉਹਨੂੰ ਨੁਕਸਾਨ ਹੋਣਾ ਸੀ ਜੋ ਅਟੈਂਡੈਂਸ ਨਾ ਦਿੰਦੇ। ਠੀਕ ਹੈ, describe in your own words the narrator's meeting with Hassan's parent. Hassan was a very bright student but he was irregular in his studies. ਬਸ ਇਹੀ ਦੱਸਣਾ, ਸਾਰਾ ਕੁਝ ਉਹੀ ਰਿਪੀਟ ਹੋ ਰਿਹਾ। ਠੀਕ ਹੈ, ਫਿਰ ਉਹਦੇ ਟੀਚਰ ਨੇ ਤੰਗ ਆ ਕੇ ਉਹਦੇ ਪੈਰੈਂਟਸ ਨੂੰ ਬੁਲਾਇਆ। ਠੀਕ ਹੈ, ਤੰਗ ਆ ਕੇ ਉਹਦੇ ਪੈਰੈਂਟਸ ਨੂੰ ਬੁਲਾਇਆ, ਫਿਰ ਉਹਦੇ ਪੈਰੈਂਟਸ ਨੇ ਆਪਸ ਵਿੱਚ ਬਹਿਸ ਕਰੀ, ਉਹਦੇ ਫਾਦਰ ਨੇ ਰਿਸਪੌਂਸਿਬਿਲਿਟੀ ਨਹੀਂ ਲਈ, ਹੀ ਵਾਜ਼ ਨਾਟ ਸੀਰੀਅਸ। ਫਿਰ ਉਹਨਾਂ ਨੇ ਸਾਰਾ ਕੁਝ ਉਹਦੇ ਮਦਰ 'ਤੇ ਬਲੇਮ ਕਰਤਾ। ਫਿਰ ਐਵੇਂ ਜਿਹੜੀ ਉਹਨਾਂ ਵਿੱਚ ਆਰਗੂਮੈਂਟ ਕੰਟੀਨਿਊ ਰਹੀ ਤੇ ਐਵੇਂ ਜਿਹੜੀ ਫਿਰ ਮੀਟਿੰਗ ਐਂਡ ਹੋ ਗਈ ਫਰੂਟਲੈਸਲੀ। ਉਸ ਤੋਂ ਬਾਅਦ ਆ ਗ੍ਰਾਮਰ ਐਕਸਰਸਾਈਜ਼ ਹੈ, ਇਹ ਉਸਦਾ ਸੋਲਿਊਸ਼ਨ ਨੇ। ਚੇਂਜ ਦ ਵੌਇਸ ਉਹਦਾ ਸੋਲਿਊਸ਼ਨ। ਫਿਰ ਆ ਹਸਨਸ ਅਟੈਂਡੈਂਸ ਪ੍ਰੋਬਲਮ ਆ ਹੈਗਾ ਹੈ ਆਪਣੇ ਕੋਲ ਡਿਟਰਮੀਨਰਸ ਤੇ ਡੂ ਐਜ਼ ਡਾਇਰੈਕਟਿਡ ਹੈ। ਡੂ ਐਜ਼ ਡਾਇਰੈਕਟਿਡ ਦੀ ਇੱਕ ਸੈਪਰੇਟ ਵੀਡੀਓ ਆਈ ਵਿਲ ਮੇਕ। ਤਦ ਤੱਕ ਤੁਸੀਂ ਆਹ ਕਰ ਲਓ ਹਸਨਸ ਅਟੈਂਡੈਂਸ ਪ੍ਰੋਬਲਮ ਦਾ ਡਿਟਰਮੀਨਰਸ ਤੇ ਇੱਕ ਹੈਗਾ ਇਹ ਚੇਂਜ ਦਾ ਵੌਇਸ। ਠੀਕ ਹੈ, ਇਹ ਮੈਂ ਤੁਹਾਨੂੰ ਸੋਲਿਊਸ਼ਨ ਪ੍ਰੋਵਾਈਡ ਕਰ ਰਹੀ ਹਾਂ। ਆਹ ਸੋਲਿਊਸ਼ਨ ਦਿੱਤੇ ਹੋਏ ਨੇ ਨਾਲ ਤੇ ਨੀਚੇ ਦਿੱਤਾ ਹੋਇਆ ਇਹ ਡਿਟਰਮੀਨਰਸ ਦੇ ਸੋਲਿਊਸ਼ਨ ਵੀ ਗਿਵਨ ਹੈ, ਜਿਵੇਂ ਹਾਊ ਡੈਸ਼ ਮਨੀ ਡੂ ਯੂ ਵਾਂਟ, ਹਾਊ ਮਚ ਮਨੀ ਡੂ ਯੂ ਵਾਂਟ। ਠੀਕ ਹੈ, ਆਈ ਹੋਪ ਦਿਸ ਇਜ਼ ਕਲੀਅਰ। ਤੁਹਾਨੂੰ ਇਹ PDF ਮਿਲ ਜੂਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਟੈਲੀਗ੍ਰਾਮ ਚੈਨਲ ਦੇ ਵਿੱਚ। ਥੈਂਕ ਯੂ ਫॉर ਵਾਚਿੰਗ, ਕੀਪ ਸਪੋਰਟਿੰਗ ਐਂਡ ਟੇਕ ਕੇਅਰ। ਇਹ ਦੇਖੋ ਮੈਂ ਜ਼ਿਆਦਾ ਤੁਹਾਨੂੰ ਇਹ ਡਿਟੇਲ ਦੇ ਵਿੱਚ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਸਮਝਾਇਆ ਬਿਕੋਜ਼ ਮੈਂ ਆਲਰੇਡੀ ਇਸ ਚੈਪਟਰ ਦੀ ਇੱਕ ਵੀਡੀਓ ਸ਼ੂਟ ਕੀਤੀ ਹੋਈ ਹੈ। ਉਹ ਆਈ ਥਿੰਕ ਅਪਰੋਕਸੀਮੇਟਲੀ 20 ਮਿੰਟਸ ਦੀ ਵੀਡੀਓ, ਤੁਸੀਂ ਉਹ ਜਾ ਕੇ ਦੇਖ ਲਓ। ਮੈਂ ਕੱਲੀ ਲਾਈਨ ਉਹਦੇ ਵਿੱਚ ਐਕਸਪਲੇਨ ਕਰੀ ਹੈ ਤੇ ਉਹਦੇ ਨਾਲ ਤੁਹਾਡੀ ਕਾਫੀ ਹੈਲਪ ਹੋ ਜਾਏਗੀ। ਹੁਣ ਤੋਂ ਆਉਣ ਵਾਲੇ ਚੈਪਟਰਸ ਦੇ ਵਿੱਚ ਆਈ ਵਿਲ ਐਕਸਪਲੇਨ ਬੈਟਰ ਬਿਕੋਜ਼ ਇਹ ਚੈਪਟਰ ਮੈਂ ਆਲਰੇਡੀ ਕਾਫੀ ਵਾਰ ਕਰਵਾ ਚੁੱਕੀ ਹਾਂ ਚੈਨਲ ਤੇ, ਸੋ ਆਈ ਡਿਡ ਨਾਟ ਐਕਸਪਲੇਨ ਇਟ ਟੂ ਦੈਟ ਐਕਸਟੈਂਟ ਬਿਕੋਜ਼ ਆਈ ਨੋ ਮੈਨੀ ਆਫ ਯੂ ਹੈਵ ਆਲਰੇਡੀ ਡਨ ਦਿਸ ਵੈਰੀ ਨਾਈਸਲੀ। ਠੀਕ ਹੈ, ਤੇ ਮੈਂ ਸਿਰਫ ਇੱਕ ਰਿਵੀਜ਼ਨ ਕਰਵਾਉਣਾ ਚਾਹੁੰਦੀ ਸੀ ਬਿਕੋਜ਼ ਦੇਖੋ ਰਿਵੀਜ਼ਨ ਇਜ਼ ਦਾ ਮੇਨ ਕੀ
टू सक्सेस। पढ़ तो सारे लेंदे ने बट पेपर तक जिन्हों याद रहूगा ਉਹੀ अटैम्प्ट कर पाएगा। एंड ਹੁਣ वीडियो देख ली ਇਹਦਾ मतलब ये नहीं कि you want practice, you have to practice, you can take the notes from description box and from the telegram channel and you have to practice by yourself। ਤੁਸੀਂ खुद ਇਹਨੂੰ ਲਿਖ ਕੇ ਦੇਖਣਾ, ठीक है। थैंक यू फॉर वॉचिंग, कीप सपोर्टिंग, टेक केयर एंड बाय बाय।